ਭਾਰਤ ਨੇ ਕੈਨੇਡਾ ਲਈ ਮੁੜ ਸ਼ੁਰੂ ਕੀਤੀ ਵੀਜ਼ਾ ਸਰਵਿਸ। ਅੱਜ ਤੋਂ 4 ਤਰ੍ਹਾਂ ਦੀ ਵੀਜ਼ਾ ਸਰਵਿਸ ਹੋਵੇਗੀ ਸ਼ੁਰੂ। ਸੁਰੱਖਿਆ ਸਥਿਤੀ ਰਿਵਿਊ ਕਰਨ ਤੋਂ ਬਾਅਦ ਲਿਆ ਫੈਸਲਾ। ਪੀਐਮ ਮੋਦੀ ਨੂੰ ਮਿਲੇ ਤੋਹਫਿਆਂ ਦੀ ਨੀਲਾਮੀ 'ਚ ਹਰਮੰਦਰ ਸਾਹਿਬ ਦਾ ਮਾਡਲ ਸ਼ਾਮਲ ਕਰਨ ਤੇ ਵਿਵਾਦ। ਐਸਜੀਪੀਸੀ ਤੇ ਅਕਾਲੀ ਦਲ ਨੇ ਜਤਾਇਆ ਇਤਰਾਜ਼ ਕਿ ਹਰਮੰਦਰ ਸਾਹਿਬ ਦੇ ਮਾਡਲ ਦੀ ਨਹੀਂ ਹੋ ਸਕਦੀ ਨੀਲਾਮੀ, ਤੁਰੰਤ ਰੋਕੀ ਜਾਵੇ ਕਾਰਵਾਈ। एनसीईआरटी ਦੀਆਂ ਕਿਤਾਬਾਂ 'ਚ ਜਲਦ ਹੋਵੇਗਾ ਬਦਲਾ। ਸੰਸਥਾ ਵੱਲੋਂ ਬਣਾਈ ਕਮੇਟੀ ਨੇ ਇੰਡੀਆ ਦੀ ਥਾਂ ਭਾਰਤ ਸ਼ਬਦ ਵਰਤਣ ਦੀ ਕੀਤੀ ਸਿਫਾਰਿਸ਼। ਕਾਂਗਰਸ ਤੇ ਆਪ ਦਾ ਇਲਜ਼ਾਮ, ਸਾਡੇ ਗਠਜੋੜ ਤੋਂ ਬਾਅਦ ਪਰੇਸ਼ਾਨ ਹੈ ਕੇਂਦਰ ਸਰਕਾਰ। ਮੱਧ ਪ੍ਰਦੇਸ਼ ਮਿਸ਼ਨ ਤੇ ਆਮ ਆਦਮੀ ਪਾਰਟੀ ਉਮੀਦਵਾਰਾਂ ਦੇ ਹੱਕ ਲਈ ਪ੍ਰਚਾਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ। 3 ਵਿਧਾਨ ਸਭਾ ਹਲਕਿਆਂ 'ਚ ਕਰਨਗੇ ਚੋਣ ਰੈਲੀ। ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਮਿਲਿਆ ਅਕਾਲੀ ਦਲ ਦਾ ਵਫਦ। ਐਸਜੀਪੀਸੀ ਚੋਣਾਂ ਲਈ ਵੋਟਾਂ ਬਣਵਾਉਣ ਦਾ ਸਮਾਂ ਵਧਾਉਣ ਦੀ ਕੀਤੀ ਮੰਗ। ਕਿਹਾ 3 ਮਹੀਨੇ ਦਾ ਕੀਤਾ ਜਾਵੇ ਵਾਅਦਾ। ਸਿਮਰਨਜੀਤ ਸਿੰਘ ਮਾਨ ਨੇ ਵੀ ਸਮਾਂ ਵਧਾਉਣ ਤੇ ਉਮਰ ਹੱਦ 21 ਤੋਂ ਘਟਾ ਕੇ 18 ਸਾਲ ਕਰਨ ਦੀ ਕੀਤੀ ਮੰਗ। ਟੈਕਸ ਚੋਰੀ ਕਰਨ ਵਾਲਿਆਂ ਤੇ ਪੰਜਾਬ ਸਰਕਾਰ ਦੀ ਪੈਣੀ ਨਜ਼ਰ। ਖਜ਼ਾਨਾ ਮੰਤਰੀ ਹਰਪਾਲ ਚੀਮਾ ਬੋਲੇ, ਜੀਐਸਟੀ ਚੋਰੀ ਕਰਨ ਵਾਲੇ ਬੁਟੀਕ ਪਾਰਲਰ, ਆਇਲ ਸੈਂਟਰ ਨੂੰ ਭੇਜ ਰਹੇ ਹਨ ਨੋਟਿਸ। ਟੈਕਸ ਚੋਰੀ ਨਹੀਂ ਕਰਾਂਗੇ ਬਰਦਾਸ਼ਤ। 1 ਨਵੰਬਰ ਦੀ ਓਪਨ ਡਿਬੇਟ ਸ਼ਾਮਲ ਹੋਣਗੇ ਸੁਨੀਲ ਜਾਖੜ। ਬੋਲੇ, ਸਰਕਾਰ ਨੂੰ ਦੇਣੇ ਪੈਣਗੇ ਸਵਾਲਾਂ ਦੇ ਜਵਾਬ। ਸਰਕਾਰ ਨੇ ਜਾਖੜ ਦੇ ਫੈਸਲੇ ਦਾ ਕੀਤਾ ਵੈਲਕਮ। ਅਕਾਲੀ ਦਲ ਤੇ ਕਾਂਗਰਸ ਨੂੰ ਵੀ ਦਿੱਤਾ ਸੱਦਾ। ਕੇਂਦਰ ਕੈਬਨਿਟ ਦਾ ਫੈਸਲਾ, ਕਿਸਾਨਾਂ ਨੂੰ ਖਾਦ ਤੇ ਮਿਲਦੀ ਰਹੇਗੀ ਸਬਸਿਡੀ। 1350 ਰੁਪਏ 'ਚ ਮਿਲੇਗਾ ਡੀਏਪੀ ਦਾ ਗੱਟਾ। ਯੂਰੀਆ ਦੇ ਗੱਟੇ ਦਾ ਰੇਟ 266 ਰੁਪਏ ਕੀਤਾ ਫਿਕਸ। NHAI ਦੇ 1200 ਕਰੋੜ ਦੇ ਪ੍ਰੋਜੈਕਟ ਮਾਮਲੇ 'ਚ ਹਾਈ ਕੋਰਟ ਦਾ ਪੰਜਾਬ ਦੇ ਡੀਜੀਪੀ ਨੂੰ ਆਦੇਸ਼। 60 ਦਿਨਾਂ ਅੰਦਰ NHAI ਨੂੰ ਕਬਜ਼ਾ ਦਿਵਾਉਣ ਦੇ ਹੁਕਮ। ਕਿਸਾਨਾਂ ਨੂੰ ਜ਼ਮੀਨਾਂ ਦਾ ਮਿਲ ਚੁੱਕਿਆ ਹੈ ਮੁਆਵਜ਼ਾ। ਜ਼ਮੀਨ ਨਾ ਮਿਲਣ ਕਰਕੇ ਭਾਰਤਮਾਲਾ ਵਰਗੇ ਰੁਕੇ ਹੋਏ ਨੇ ਕਈ ਪ੍ਰੋਜੈਕਟਸ। ਹਿਊਮਨ ਰਾਈਟਸ ਦੇ AIG ਮਲਵਿੰਦਰ ਸਿੱਧੂ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ। ਮੋਹਾਲੀ ਵਿਜੀਲੈਂਸ ਦਫ਼ਤਰ ਦੇ ਬਾਹਰ AIG ਦੀ ਪਤਨੀ ਨੇ ਕੀਤਾ ਹੰਗਾਮਾ। ਕਿਹਾ, ਮੇਰੇ ਪਤੀ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ, ਜੋ ਕਿ ਭਾਰਤ ਦੇ ਕੈਨੇਡਾ ਦੇ ਨਾਲ ਜੁੜੀ ਹੋਈ ਹੈ। ਭਾਰਤ ਨੇ ਕੈਨੇਡਾ ਲਈ ਮੁੜ ਸ਼ੁਰੂ ਕੀਤੀ ਹੈ ਆਪਣੀ ਵੀਜ਼ਾ ਸਰਵਿਸ। ਦੱਸ ਦਈਏ ਕਿ ਅੱਜ ਤੋਂ 4 ਤਰ੍ਹਾਂ ਦੀ ਵੀਜ਼ਾ ਸਰਵਿਸ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ 'ਚ ਐਂਟਰੀ ਵੀਜ਼ਾ, ਮੈਡੀਕਲ ਵੀਜ਼ਾ, ਬਿਜ਼ਨਸ ਵੀਜ਼ਾ ਤੇ ਕਾਨਫਰੰਸ ਵੀਜ਼ਾ ਸ਼ੁਰੂ ਹੋਣਗੇ। ਦੱਸ ਦਈਏ ਸੁਰੱਖਿਆ ਸਥਿਤੀ ਰਿਵਿਊ ਕਰਨ ਤੋਂ ਬਾਅਦ ਆ ਫੈਸਲਾ ਲਿਆ ਗਿਆ ਹੈ। ਕਾਬਿਲੇ ਗੌਰ ਹੈ ਕਿ ਕੈਨੇਡਾ ਨੇ ਇਸ ਸੰਬੰਧੀ ਕੁਝ ਕਦਮ ਚੁੱਕੇ ਨੇ। ਆ ਭਾਰਤ ਦਾ ਕਹਿਣਾ ਹੈ ਸੁਰੱਖਿਆ ਕਾਰਨਾਂ ਕਰਕੇ ਅੱਜ ਵੀਜ਼ਾ ਸਰਵਿਸ ਸੀਗੀ ਰੋਕੀ ਗਈ ਸੀ। ਨਿੱਜਰ ਕਤਲकांड ਤੋਂ ਬਾਅਦ ਦੋਵੇਂ ਹੀ ਦੇਸ਼ਾਂ ਦੇ ਵਿਚਾਲੇ ਜੋ ਤਲਖੀ ਸੀਗੀ, ਵਿਵਾਦ ਸੀਗਾ, ਉਹ ਪੈਦਾ ਹੋ ਗਿਆ ਸੀਗਾ। ਦੋਵੇਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਸ ਵੀ ਵਾਪਸ ਭੇਜਦੇ ਸੀਗੇ ਤੇ ਭਾਰਤ ਤੇ ਕੈਨੇਡਾ ਦੇ ਵਿਚਾਲੇ ਜੋ ਵਿਵਾਦ ਹੈ ਉਹ ਸ਼ੁਰੂ ਹੋਇਆ ਸੀਗਾ ਜਦੋਂ ਕਿ ਕੈਨੇਡਾ ਦੇ PM ਜਸਟਿਨ ਟਰੂਡੋ ਦੇ ਵੱਲੋਂ ਕੈਨੇਡਾ ਦੀ ਪਾਰਲੀਮੈਂਟ 'ਚ ਵਿਵਾਦ ਦਿੱਤਾ ਗਿਆ ਸੀਗਾ ਕਿ ਜੋ ਅੱਤਵਾਦੀ ਹਰਦੀਪ ਨਿੱਜਰ ਹੈ ਉਸਦੀ ਹੱਤਿਆ 'ਚ ਭਾਰਤ ਦਾ ਹੱਥ ਹੈ ਤੇ ਇਸ ਦੇ ਵਿਚਾਲੇ ਭਾਰਤ ਨੇ ਇਹਨਾਂ ਤਮਾਮ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਸੀਗਾ। ਦੋਹਾਂ ਹੀ ਦੇਸ਼ਾਂ ਦੇ ਵਿਚਾਲੇ ਜੋ ਵਿਵਾਦ ਹੈ ਉਸ ਟਾਈਮ ਤੋਂ ਹੀ ਭੱਗ ਗਿਆ ਸੀਗਾ। ਇਸ ਦੇ ਵਿਚਾਲੇ ਜੋ ਇੰਡੀਅਨ ਗਵਰਨਮੈਂਟ ਦੇ ਵੱਲੋਂ ਜੋ ਕੈਨੇਡੀਅਨ ਸਿਟੀਜ਼ਨਸ ਨੇ ਉਹਨਾਂ ਦੇ ਲਈ ਜੋ ਵੀਜ਼ਾ ਸਰਵਿਸ ਹੈ ਉਹ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਗਈ ਸੀ ਤੇ ਹੁਣ ਅਹਿਮ ਖਬਰ ਇਸ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੀ, ਜਿੱਥੇ ਕਿ ਅੱਜ ਤੋਂ 4 ਤਰ੍ਹਾਂ ਦੀ ਵੀਜ਼ਾ ਸਰਵਿਸ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ 'ਚ ਐਂਟਰੀ ਵੀਜ਼ਾ, ਮੈਡੀਕਲ ਵੀਜ਼ਾ, ਬਿਜ਼ਨਸ ਵੀਜ਼ਾ ਤੇ ਕਾਨਫਰੰਸ ਵੀਜ਼ਾ ਸ਼ੁਰੂ ਹੋਵੇਗਾ। ਇਸ ਦੇ ਵਿਚਾਲੇ ਭਾਰਤ ਦੇ ਵੱਲੋਂ ਤਰਕ ਦਿੱਤਾ ਗਿਆ ਹੈ ਕਿ ਕੈਨੇਡਾ ਨੇ ਇਸ ਸੰਬੰਧੀ ਕੁਝ ਕਦਮ ਚੁੱਕੇ ਨੇ। ਸੁਰੱਖਿਆ ਕਾਰਨਾਂ ਕਰਕੇ ਅੱਜ ਵੀਜ਼ਾ ਸਰਵਿਸ ਸੀਗੀ ਭਾਰਤ ਵੱਲੋਂ ਰੋਕੀ ਗਈ ਸੀਗੀ ਤੇ ਹੁਣ ਮੁੜ ਤੋਂ ਅੱਜ ਤੋਂ 4 ਤਰ੍ਹਾਂ ਦੀ ਵੀਜ਼ਾ ਸਰਵਿਸ ਭਾਰਤ ਦੇ ਵੱਲੋਂ ਸ਼ੁਰੂ ਕੀਤੀ ਜਾਏਗੀ। Ensuring safety and security of diplomats is the most fundamental aspect of the Vienna Convention. And right now, that is what has in many ways been challenged in Canada, that our people are not safe, our diplomats are not safe. If we see progress there, I would like very much to resume the issue of visas. My hope would be that it's something which should happen very soon. कनाडा के प्राइम मिनिस्टर ने वहाँ की पार्लियामेंट हाउस के अंदर एक झूठा इल्ज़ाम लगाया जिस बिना तथ्यों के, और जब भारत ने बार बार उसके बारे में पूछा तो उन्होंने उसका कोई जवाब नहीं दिया, जिसके चलते हमारे डिप्लोमेट्स की जान पर खतरा बनाया और बार बार वहाँ के धमकियाँ देकर उनको डराया धमकाया जा रहा था। लेकिन भारत सरकार ने अपने भारतीयों की मांग के ऊपर इस वीज़ा सर्विसेज को रिस्टोर किया है। अब जो भी इमरजेंसी में आना चाहते हैं, जो भी शादियों के लिए आना चाहते हैं, जो भी ट्रीटमेंट के लिए आना चाहते हैं,
उन सब के लिए, या बिजनेस में आना चाहते हैं, कॉन्फ्रेंस के लिए आना चाहते हैं, और इन सब के लिए वीज़ा सर्विसेज खोल दी हैं। ये मैं भारत सरकार का धन्यवाद भी करता हूँ, और विदेश में लोगों की ये मांग थी, मुझे लगता है। ਹੁਣ ਗੱਲ ਕਰਾਂਗੇ ਪੀਐਮ ਮੋਦੀ ਨੂੰ ਮਿਲੇ ਤੋਹਫਿਆਂ ਦੀ ਹੋ ਰਹੀ ਈ ਨਿਲਾਮੀ ਦੀ। ਸ਼੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਇਸ ਨਿਲਾਮੀ 'ਚ ਰੱਖਿਆ ਗਿਆ। ਦੱਸ ਕਿ ਪੀਐਮ ਨੂੰ ਤੋਹਫਿਆਂ 'ਚ ਮਿਲਿਆ ਸੀਗਾ ਦਰਬਾਰ ਸਾਹਿਬ ਦਾ ਮਾਡਲ। ਇਸ ਵਿਚਾਲੇ ਦਰਬਾਰ ਸਾਹਿਬ ਦੇ ਮਾਡਲ ਦੀ ਨਿਲਾਮੀ ਤੇ ਵਿਵਾਦ ਭਖਦਾ ਹੋਇਆ ਨਜ਼ਰ ਆਇਆ। ਇਸ ਵਿਚਾਲੇ ਐਸਜੀਪੀਸੀ ਤੇ ਅਕਾਲੀ ਦਲ ਨੇ ਇਸ ਦਾ ਸਖਤ ਇਤਰਾਜ਼ ਜਤਾਇਆ ਹੈ। ਐਸਜੀਪੀਸੀ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਦੇ ਮਾਡਲ ਦੀ ਨਿਲਾਮੀ ਤੁਰੰਤ ਰੋਕੀ ਜਾਵੇ। ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮਾਮਲਾ ਹੈ। ਇਸ ਵਿਚਾਲੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਦਾ ਕਹਿਣਾ ਹੈ ਕਿ ਪਵਿੱਤਰ ਚਿੰਨ੍ਹ ਦਾ ਕੋਰ ਨਿਰਾਦਰ ਹੈ, ਇਹ ਵਿੱਚ ਕੁਝ ਵੀ ਨਹੀਂ ਹੈ। ਅਮਰਿੰਦਰ ਸਿੰਘ ਸਿਰਸਾ ਬੀਜੇਪੀ ਆਗੂ, ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਮਾਡਲ ਨੂੰ ਖਰੀਦੇਗਾ ਉਹ ਸਨਮਾਨ ਨਾਲ ਇਸ ਨੂੰ ਰੱਖੇਗਾ। ਇਸ ਵਿਚਾਲੇ ਰਾਮ ਮੰਦਿਰ ਦੇ ਮਾਡਲ ਦੀ ਵੀ ਨਿਲਾਮੀ ਕੀਤੀ ਜਾ ਰਹੀ ਹੈ। ਰਾਮ ਦਰਬਾਰ ਦੀ ਮੂਰਤ ਦੀ ਵੀ ਨਿਲਾਮੀ ਕੀਤੀ ਜਾਏਗੀ। ਉੱਥੇ ਕਾਮਧੇਨੂ ਅਤੇ ਧਰਮਸ਼ਾਲਾ ਦੇ ਯਾਦਗਾਰੀ ਚਿੰਨ੍ਹ ਦੀ ਵੀ ਨਿਲਾਮੀ ਹੋਏਗੀ। ਦੱਸ ਕੇ ਕੇਂਦਰ ਮੰਤਰੀ ਮੀਨਾਕਸ਼ੀ ਲੇਖੀ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਕਿ 31 ਅਕਤੂਬਰ ਨੂੰ ਖਤਮ ਹੋਵੇਗੀ ਇਹ ਨਿਲਾਮੀ। ਪੀਐਮ ਨੂੰ ਮਿਲੇ ਤੋਹਫਿਆਂ ਦੀ 2 ਅਕਤੂਬਰ ਨੂੰ ਅੱਜ ਇਹ ਨਿਲਾਮੀ ਸੀਗੀ ਸ਼ੁਰੂ ਹੋਈ ਸੀਗੀ। ਇਸ ਵਿਚਾਲੇ ਪੀਐਮ ਮੋਦੀ ਨੂੰ ਮਿਲੇ ਤੋਹਫਿਆਂ ਦੀ ਨਿਲਾਮੀ ਦੀ ਪ੍ਰਕਿਰਿਆ ਸਾਲ 2019 ਵਿੱਚ ਸ਼ੁਰੂ ਹੋਈ ਸੀਗੀ। ਹੁਣ ਤੱਕ ਲੱਗੀਆਂ 4 ਬੋਲੀਆਂ 'ਚ 7000 ਤੋਂ ਵੱਧ ਤੋਹਫਿਆਂ ਦੀ ਇਹ ਨਿਲਾਮੀ 'ਚ ਰੱਖੇ ਗਏ ਨੇ। ਇਸ ਵਾਰ ਇਹ 5ਵੀਂ ਨਿਲਾਮੀ ਹੈ ਜਿਸ ਵਿੱਚ 912 ਤੋਹਫੇ ਤੇ ਯਾਦਗਾਰੀ ਚਿੰਨ੍ਹ ਰੱਖੇ ਗਏ ਨੇ। ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਹੈ ਕਿ ਇਸ ਨਿਲਾਮੀ ਤੋਂ ਮਿਲਣ ਵਾਲੀ ਰਕਮ ਦੀ ਵਰਤੋਂ ਗੰਗਾ ਸਫਾਈ ਮੁਹਿੰਮ ਨੂੰ ਅੱਗੇ ਵਧਾਉਣ ਲਈ ਕੀਤੀ ਜਾਵੇਗੀ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੂੰ ਹਰਿਮੰਦਰ ਸਾਹਿਬ ਦਾ ਮਾਡਲ ਰॉ ਦੇ ਰਿਸਰਚ ਐਂਡ ਅਲਾਇੰਸ ਵਿੰਗ ਦੇ ਭੇਟ ਕੀਤਾ ਸੀਗਾ, ਜੋ ਕਿ ਰਾਸ਼ਟਰ ਮਾਣ ਅਤੇ ਖੂਫੀਆ ਸ਼ਕਤੀ ਦੇ ਤੱਤ ਨੂੰ ਦਰਸਾਉਂਦੀ ਹੈ। ਇੱਕ ਸ਼ਾਨਦਾਰ ਮਰੂਨ ਵੈਲਵੇਟ ਬਾਕਸ ਦੇ ਅੰਦਰ ਬੰਦ ਇਹ ਗੋਲ ਆਕਾਰ ਦਾ ਯਾਦਗਾਰੀ ਚਿੰਨ੍ਹ ਖੂਫੀਆ ਭਾਈਚਾਰੇ ਦੀ ਭਾਵਨਾ ਅਤੇ ਰਾਸ਼ਟਰ ਦੀ ਸੁਰੱਖਿਆ ਲਈ ਇਸ ਦੇ ਸਮਰਪਣ ਨੂੰ ਸ਼ਾਮਲ ਕਰਦਾ ਹੈ। ਬੇਮਿਸਾਲ ਯਾਦਗਾਰੀ ਚਿੰਨ੍ਹ ਦਾ ਕੇਂਦਰ ਭਾਰਤ ਤੇ ਰਾਸ਼ਟਰ ਝੰਡਾ ਹੈ, ਜਿਸ ਨੂੰ ਸਾਵਧਾਨੀ ਅਤੇ ਸ਼ੁੱਧਤਾ ਅਤੇ ਦੇਖਭਾਲ ਨਾਲ ਤਿਆਰ ਕੀਤਾ ਗਿਆ ਹੈ। ਮੋਦੀ ਸਾਹਿਬ ਦੇ ਜਿੰਨੇ ਵੀ ਤੋਹਫੇ ਆਏ ਆ, ਉਹਨਾਂ ਤੋਹਫਿਆਂ ਦੀ ਨਿਲਾਮੀ ਹੁੰਦੀ ਆ ਤੇ ਉਹ ਜਿਹੜੇ ਪੈਸੇ ਆ ਉਹ ਕਿਸੇ ਫੰਡ ਵਿੱਚ ਜਮ੍ਹਾਂ ਹੁੰਦੇ ਆ, ਜਿਹੜੇ ਕਿ ਲੋਕ ਭਲਾਈ ਦੇ ਲਈ ਕੰਮ ਹੁੰਦੇ ਆ। ਇਹ 'ਚ ਕੋਈ ਸ਼ੱਕ ਨਹੀਂ, ਚੰਗੀ ਗੱਲ ਆ। ਪਰ ਜਿਹੜੇ ਧਾਰਮਿਕ ਸਥਾਨਾਂ ਤੋਂ ਜਿਵੇਂ ਪਤਾ ਲੱਗਾ ਕਿ ਦਰਬਾਰ ਸਾਹਿਬ ਤੋਂ ਜਿਹੜਾ ਗੋਲਡਨ ਟੈਂਪਲ ਦਾ ਮਾਡਲ ਆ, ਜਿਹੜਾ ਆਪਣੇ ਅੱਜ ਬੜੀ ਮਹੱਤਤਾ ਰੱਖਦਾ, ਤੇ ਸ਼੍ਰੀ ਰਾਮ ਜੀ ਦੀ ਮੂਰਤੀ ਆ, ਹੋਰ ਵੀ ਧਰਮਾਂ ਦੇ ਨਾਲ ਸੰਬੰਧਿਤ ਇਸ ਤਰ੍ਹਾਂ ਦੀਆਂ ਵਸਤੂਆਂ ਹੈਗੀਆਂ ਜਿਨ੍ਹਾਂ ਦੀ ਨਿਲਾਮੀ ਜਿਹੜੀ ਆ ਇਹ ਨਿਲਾਮੀ ਦੇ ਪੋਰਟਲ ਤੇ ਪਾਈ ਗਈ ਆ, ਜਿਹੜੀ ਕਿ ਮੈਂ ਸਮਝਦਾ ਕਿ ਇੱਕ ਚੰਗੀ ਗੱਲ ਨਹੀਂ ਹੈਗੀ, ਕਿਉਂਕਿ ਕਦੇ ਵੀ ਧਾਰਮਿਕ ਭਾਵਨਾ ਦੇ ਨਾਲ ਮਿਲੀ ਹੋਈ ਵਸਤੂ ਜਿਹੜੀ ਆ ਉਹਨੂੰ ਅਸੀਂ ਵੇਚ ਨਹੀਂ ਸਕਦੇ। ਪ੍ਰਧਾਨ ਮੰਤਰੀ ਜੀ ਨੂੰ ਜੋ ਦੁਨੀਆ ਭਰ ਦੇ ਅੰਦਰ ਸਨਮਾਨ ਦਿੱਤੇ ਜਾਂਦੇ ਸੀਗੇ, ਪਹਿਲੇ ਪ੍ਰਧਾਨ ਮੰਤਰੀ ਉਹਨਾਂ ਨੂੰ ਸਟੋਰਾਂ 'ਚ ਬੰਦ ਕਰਕੇ ਤੇ ਗੱਲ ਸੜ ਜਾਂਦੇ ਸੀ। ਇਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਮੁਹਿੰਮ ਚਲਾਈ ਕਿ ਜੋ ਵੀ ਮੈਨੂੰ ਦੇਸ਼ ਦੇ ਅੰਦਰ ਗਿਫਟ ਮਿਲਦਾ, ਸਨਮਾਨ ਮਿਲਦਾ ਪੂਰੀ ਦੁਨੀਆ ਦੇ ਅੰਦਰ, ਉਹ ਲੋਕਾਂ ਤੱਕ ਵਾਪਸ ਜਾਵੇ। ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਹਾਲਾਂਕਿ ਸਿੱਖ ਜਿਹੜਾ ਹੈ ਉਹ ਕਦੇ ਵੀ ਮੂਰਤੀ ਪੂਜਾ 'ਚ ਵਿਸ਼ਵਾਸ ਨਹੀਂ ਰੱਖਦਾ, ਸਾਡੇ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਗੁਰੂ ਆ, ਪਰ ਕਿਉਂਕਿ ਸਨਮਾਨ ਦੀ ਚੀਜ਼ ਆ, ਸ੍ਰੀ ਦਰਬਾਰ ਸਾਹਿਬ ਦਾ ਮਾਡਲ ਐਸਜੀਪੀਸੀ ਨੇ ਬਣਾਇਆ ਔਰ ਸਨਮਾਨ ਵਜੋਂ ਸਭ ਨੂੰ ਦਿੰਦੀ ਹੈ। ਇਹਦਾ ਧਰਮ ਨਾਲ ਨਹੀਂ ਕੋਈ ਵਾਸਤਾ, ਇਹਦਾ ਆਸਥਾ ਨਾਲ ਨਹੀਂ ਕੋਈ ਵਾਸਤਾ, ਇਹ ਸਨਮਾਨ ਨਾਲ ਜ਼ਰੂਰ ਵਾਸਤਾ ਹੈ। ਪਰ ਮੈਨੂੰ ਖੁਸ਼ੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇਹ ਚੀਜ਼ਾਂ ਅੰਦਰ ਪਈਆਂ ਗੱਲ ਸੜ ਨਾ ਜਾਣ, ਇਸ ਨੂੰ ਸਮਾਜ ਦੇ ਅੱਗੇ ਸਾਹਮਣੇ ਲੈ ਕੇ ਆਂਦਾ ਔਰ ਲੋਕਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਘਰ ਵਾਸਤੇ ਖਰੀਦੋ ਔਰ ਆਪਣੇ ਘਰ 'ਚ ਖਰੀਦ ਕੇ ਇਹਨੂੰ ਸਜਾਓ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਇਹਦੀ ਅਹਿਮੀਅਤ। ਹੁਣ ਐਨਸੀਈਆਰਟੀ ਦੀਆਂ ਕਿਤਾਬਾਂ 'ਚ ਭਾਰਤ ਸ਼ਬਦ ਦੀ ਵਰਤੋਂ ਹੋਏਗੀ। ਦੱਸ ਕੇ ਐਨਸੀਈਆਰਟੀ ਦੀ ਕਮੇਟੀ ਨੇ ਇਸ ਬਾਬਤ ਸਿਫਾਰਿਸ਼ ਕੀਤੀ ਹੈ। ਕਮੇਟੀ ਦਾ ਕਹਿਣਾ ਹੈ ਕਿ ਇੰਡੀਆ ਦੀ ਥਾਂ ਭਾਰਤ ਸ਼ਬਦ ਦੀ ਵਰਤੋਂ ਕੀਤੀ ਜਾਏ, ਭਾਰਤ ਸ਼ਬਦ ਦਾ ਇਸਤੇਮਾਲ ਕੀਤਾ ਜਾਏ। ਐਨਸੀਈਆਰਟੀ ਪੈਨਲ ਦੀ ਸਿਫਾਰਿਸ਼ ਤੇ ਇਸ ਬਾਬਤ ਸਿਆਸਤ ਵੀ ਭਖ ਗਈ ਹੈ। ਇਸ ਵਿਚਾਲੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ। ਇਸ ਵਿਚਾਲੇ ਕਾਂਗਰਸ ਦਾ ਕਹਿਣਾ ਹੈ ਕਿ ਬੀਜੇਪੀ ਸਿੱਖਿਆ ਦਾ ਵੀ ਸਿਆਸੀਕਰਨ ਕਰ ਰਹੀ ਹੈ, ਬਾਅਦ ਇਹ ਵੀ ਸਭ ਤੋਂ ਹੋ ਰਿਹਾ ਹੈ ਤੇ ਕਾਂਗਰਸ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ। ਇਸ ਦੇ ਵਿਚਾਲੇ ਐਨਸੀਈਆਰਟੀ ਦੀ ਕਮੇਟੀ ਦੇ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਕਿ ਜੋ ਕਿਤਾਬਾਂ ਨੇ ਐਨਸੀਈਆਰਟੀ ਦੀਆਂ ਉਸ 'ਚ ਇੰਡੀਆ ਦੀ ਥਾਂ ਭਾਰਤ ਸ਼ਬਦ ਦਾ ਇਸਤੇਮਾਲ ਕੀਤਾ ਜਾਏ ਤੇ ਇਸ ਵਿਚਾਲੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੇ ਇਸ ਤੇ ਕਈ ਤਰ੍ਹਾਂ ਦੇ सवाल खड़े किए। मैं देखता हूँ कॉन्स्टिट्यूशन में जो है उसको कोई रिप्लेस नहीं कर सकता है। जो कॉन्स्टिट्यूशन में है उसको सिर्फ कॉन्स्टिट्यूशनल अमेंडमेंट से ही बदला जा सकता है, उसको कोई रिप्लेस नहीं कर सकता। जो चीज़ आप डायरेक्टली नहीं कर सकते वो चीज़ आप इनडायरेक्टली नहीं कर सकते हैं। अब किसी को अगर ये समझ कॉन्स्टिट्यूशनल लॉ की नहीं है तो वो ऐसी बातें कह सकते हैं।
कोई दिक्कत नहीं है, हमें भारत से भी दिक्कत नहीं है, हमें इंडिया से भी दिक्कत नहीं है। हम आपको बता रहे हैं कि प्रधानमंत्री मोदी को इंडिया से दिक्कत क्यों हो गई है, और वो सिर्फ इंडिया गठबंधन बनने के बाद हुई है। आपको लगता है कि भारत बच्चों को बताया जाना चाहिए, रिकमेंडेशन सही है आपके? हमारे संविधान में भारत और इंडिया दोनों यूज किया जाता है और दोनों ही यूज किया जाना चाहिए। मतलब भारत कहीं, मतलब भारत जहाँ पे यूज किया जाए इंडिया भी रहे, आप ये कह रही हैं? दोनों रहे, क्योंकि हमारा संविधान इसकी परमिशन देता है। पर मैं आपको यही बता रही हूँ कि क्यों इंडिया शब्द से प्रधानमंत्री मोदी को अचानक इतनी दिक्कत हो रही है, ये उनका डर साफ दर्शाता है और कुछ नहीं। देखिए, अगर कोई चीज़ अच्छी हो रही है तो उसमें किसी को विरोध करने की आवश्यकता तो नहीं होनी चाहिए। अब विरोध के लिए तो कुछ तो लोग कहेंगे, लोगों का काम है कहना। विपक्ष हमेशा जब भी पॉजिटिव काम होता है तो उसमें कुछ न कुछ अड़ंगे लगाते रहता है, वो कोई दिक्कत की बात नहीं है, इसीलिए वो हमेशा नीचे को जा रहे हैं। अभी देखा, एयर स्ट्राइक हुआ, थैंक यू मोदी जी किसी ने नहीं कहा। सर्जिकल स्ट्राइक हुआ, थैंक यू मोदी जी किसी ने नहीं कहा। आप देख रहे हैं, अब आपका आदित्य L1 इस समय चक्कर लगा रहे हैं सूर्य भगवान के, उसमें भी धन्यवाद नहीं दिया है। मोहाली विजिलेंस दफ्तर ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਗਿਆ ਸੀ ਕਿ ਹਿਊਮਨ ਰਾਈਟਸ ਦੇ AIG ਦੀ ਪਤਨੀ ਦੇ ਵੱਲੋਂ ਆ ਹੰਗਾਮਾ ਕੀਤਾ ਗਿਆ। ਦਰਅਸਲ ਪੁੱਛਗਿੱਛ ਦੇ ਲਈ ਵਿਜੀਲੈਂਸ ਨੇ AIG ਮਲਵਿੰਦਰ ਸਿੰਘ ਸਿੱਧੂ ਨੂੰ ਦਫ਼ਤਰ ਸੱਦਿਆ ਸੀਗਾ। ਪੁੱਛਗਿੱਛ ਤੋਂ ਬਾਅਦ AIG ਮਲਵਿੰਦਰ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਆਪਣੀ ਪਤੀ ਦੀ ਗ੍ਰਿਫਤਾਰੀ ਤੋਂ ਭੜਕੀ AIG ਦੀ ਪਤਨੀ ਦੇ ਵੱਲੋਂ ਜੋ ਹੈ ਹੰਗਾਮਾ ਕੀਤਾ ਗਿਆ। ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਪਤੀ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਇਸ ਦੇ ਵਿਚਾਲੇ ਸਰਕਾਰੀ ਕੰਮ 'ਚ ਵਿਘਨ ਪਾਉਣ ਤੇ ਲੜਾਈ ਝਗੜਾ ਕਰਨ ਦੇ पूरे मामले तहत मामला दर्ज कर लिया गया है। तो मोहाली विजिलेंस ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ, ਜਿੱਥੇ ਕਿ मोहाली विजिलेंस दफ्तर ਦੇ ਬਾਹਰ ਹੰਗਾਮਾ ਕੀਤਾ ਗਿਆ। ਤਸਵੀਰਾਂ 'ਚ ਨਜ਼ਰ ਆ ਰਹੀ ਨੇ AIG ਬਲਵਿੰਦਰ ਸਿੰਘ ਸਿੱਧੂ ਦੀ ਪਤਨੀ। ਕਾਬਲੇ ਗੌਰ ਹੈ ਕਿ ਵਿਜੀਲੈਂਸ ਦੇ ਵੱਲੋਂ ਪੁੱਛਗਿੱਛ ਲਈ ਦਫ਼ਤਰ ਬੁਲਾਇਆ ਗਿਆ ਸੀਗਾ। ਪੁੱਛਗਿੱਛ ਤੋਂ ਬਾਅਦ AIG ਬਲਵਿੰਦਰ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਜੋ ਹੈ AIG ਦੀ ਪਤਨੀ ਦੇ ਵੱਲੋਂ ਜ਼ਬਰਦਸਤ ਹੰਗਾਮਾ मोहाली विजिलेंस दफ्तर ਦੇ ਬਾਹਰ ਕੀਤਾ ਗਿਆ। ਅੰਦਰ ਹੈਗੇ ਆ, ਫੋਨ ਉਹਨਾਂ ਦਾ ਬੰਦ ਹੈਗਾ ਹੈ, ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਦਾ ਕੀ ਕਰ ਰਹੇ ਆ ਇਹ ਅੰਦਰ। ਕੀ ਹੋਇਆ ਕੀ ਹੋਣਾ ਜੀ, ਇਹਨਾਂ ਨੂੰ ਬੁਲਾਇਆ ਸੀਗਾ ਅੱਜ, ਠੀਕ ਹੈ ਨਾ, ਤੇ ਫਾਲਸ ਇਹਨਾਂ ਤੇ ਉਹਨਾਂ ਨੇ ਪਿੱਛੇ ਜੀ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ ਸਿੱਧੂ ਸਾਹਿਬ ਨੇ, ਠੀਕ ਹੈ ਨਾ। ਫਾਲਸ ਇਹਨਾਂ ਤੇ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਿਉਂ? ਕਿਉਂਕਿ ਸਾਡਾ ਜਵਾਈ ਹਰਪ੍ਰੀਤ ਸਿੰਘ ਆਈ ਕਾਸ ਹੈਗਾ, ਉਹ ਸਾਰਾ ਕੁਝ ਕਰਵਾ ਰਿਹਾ ਹੈਗਾ। ਇਹ ਝੂਠਾ ਕੇਸ ਮੇਰੇ ਹਸਬੈਂਡ ਤੇ ਕਰਤਾ ਤਾ। ਕੀ ਕਹਿ ਰਹੇ ਹੋ ਤੁਸੀਂ? ਕੀ ਕਹਿਣਾ ਕਿ ਮਰ ਕੇ ਜਾਵਾਂਗੇ ਅੱਜ ਅਸੀਂ ਇੱਥੇ, ਜੇ ਝੂਠਾ ਕੇਸ ਇਹਨਾਂ ਤੇ ਕੀਤਾ। ਇਹ ਕੋਈ ਗੱਲ ਹੈਗੀ? ਸਾਡੀ ਸੁਣਵਾਈ ਹੈ ਨਹੀਂ ਕੋਈ ਵੀ। ਅਸੀਂ ਇਹਨਾਂ ਦੇ ਰਿਸ਼ਤੇਦਾਰਾਂ ਨੂੰ, CM ਸਾਹਿਬ ਦੇ ਰਿਸ਼ਤੇਦਾਰਾਂ ਨੂੰ ਵੀ, ਹੋਰਾਂ ਨੂੰ ਵੀ, ਕਈਆਂ ਨੂੰ ਅਸੀਂ ਕਿਹਾ ਵੀ ਸਾਡੀ ਸੁਣਵਾਈ ਕਰੋ, ਸਾਡੀ ਸੁਣਵਾਈ ਹੈ। ਗੱਲ ਕਰਾਂਗੇ SGPC ਚੋਣਾਂ ਦੀ। SGPC ਚੋਣਾਂ ਨੂੰ ਲੈ ਕੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ, ਜਿੱਥੇ ਕਿ ਗੁਰਦੁਆਰਾ ਕਮਿਸ਼ਨ ਦੇ ਚੀਫ ਕਮਿਸ਼ਨਰ ਨੂੰ ਮਿਲਿਆ ਹੈ ਅਕਾਲੀ ਦਲ ਦਾ ਵਫਦ। ਦੱਸ ਕੇ ਚੀਫ ਕਮਿਸ਼ਨਰ ਜਸਟਿਸ SS ਸਾਰੋ ਨੂੰ ਮਿਲੇ ਨੇ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ। SGPC ਚੋਣਾਂ ਦੇ ਲਈ ਵੋਟਾਂ ਬਣਵਾਉਣ ਦਾ ਸਮਾਂ ਵਧਾਉਣ ਦੀ ਮੰਗ ਇਹਨਾਂ ਦੇ ਵੱਲੋਂ ਕੀਤੀ ਗਈ ਹੈ। ਇਸ ਦੇ ਵਿਚਾਲੇ ਮੰਗ ਕੀਤੀ ਗਈ ਹੈ ਕਿ ਵੋਟਾਂ ਬਣਾਉਣ ਲਈ 3 ਮਹੀਨੇ ਦਾ ਸਮਾਂ ਅੱਗੇ ਵਧਾਇਆ ਜਾਏ। ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਜਦੋਂ ਕਿ ਕੱਲ ਵਫਦ ਮਿਲਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ। ਤਸਵੀਰਾਂ 'ਚ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। ਇਸ ਦੇ ਵਿਚਾਲੇ ਵਿਰਸਾ ਸਿੰਘ ਬਲਟੋਹਾ ਵੀ ਵੇਖੇ ਜਾ ਸਕਦੇ ਨੇ ਤੇ ਚੀਫ ਜਸਟਿਸ ਕਮਿਸ਼ਨਰ SS ਸਾਰੋ ਨੂੰ ਮਿਲੇ ਨੇ ਸੁਖਬੀਰ ਸਿੰਘ ਬਾਦਲ। ਮੰਗ ਕੀਤੀ ਗਈ ਹੈ ਕਿ ਵੋਟਾਂ ਬਣਾਉਣ ਲਈ 3 ਮਹੀਨੇ ਦਾ ਸਮਾਂ ਅੱਗੇ ਵਧਾਇਆ ਜਾਏ। ਦੱਸਦੀ ਕਿ 21 ਅਕਤੂਬਰ ਤੋਂ 15 ਨਵੰਬਰ ਤੱਕ ਜੋ ਵੋਟਾਂ ਨੇ SGPC ਦੀਆਂ ਉਹ ਬਣ ਰਹੀਆਂ। SGPC ਚੋਣਾਂ ਤੇ ਸਿਮਰਨਜੀਤ ਸਿੰਘ ਮਾਨ ਵੀ ਬੋਲੇ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ। ਉਹਨਾਂ ਦਾ ਕਹਿਣਾ ਹੈ ਕਿ ਵੋਟਾਂ ਬਣਾਉਣ ਦੀ ਤਾਰੀਖ 10 ਦਸੰਬਰ ਤੱਕ ਵਧਾਈ ਜਾਵੇ। ਮਾਨ ਦਾ ਕਹਿਣਾ ਹੈ ਕਿ ਵੋਟਾਂ ਬਣਾਉਣ 'ਚ ਦਿੱਕਤ ਆ ਰਹੀ ਹੈ। ਵੋਟ ਬਣਾਉਣ ਦੀ ਉਮਰ 21 ਤੋਂ ਘਟਾ ਕੇ 18 ਸਾਲ ਕੀਤੀ ਜਾਵੇ। ਵੋਟ ਫਾਰਮ 'ਚੋਂ ਜਾਤੀ ਦਾ ਕਾਲਮ ਹਟਾਇਆ ਜਾਏ। ਸਿੱਖ ਧਰਮ 'ਚ ਜਾਤ ਪਾਤ ਨਹੀਂ ਹੁੰਦੀ। ਮਾਨ ਦਾ ਕਹਿਣਾ ਹੈ ਕਿ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦੇ ਵੱਲੋਂ ਮੰਗ ਪੱਤਰ ਸੌਂਪਿਆ ਗਿਆ ਹੈ। ਜਿਹੜੇ ਪ੍ਰਬੰਧ ਨੇ ਸਾਰੇ ਉਹ ਇਹਦੀਆਂ ਜਿਹੜਾ ਸ਼ਡਿਊਲ ਹੈਗਾ ਆਫ ਇਲੈਕਸ਼ਨ ਵੋਟਾਂ ਦਾ ਤਾਂ ਆ ਗਿਆ, ਬਟ ਅੱਗੋਂ ਇਲੈਕਸ਼ਨਸ ਹੋਣੀਆਂ ਕੀ ਹੈ ਉਹਦਾ ਸ਼ਡਿਊਲ ਅੱਜ ਤੱਕ ਨਹੀਂ ਆਇਆ ਹੈਗਾ। ਤੇ ਇਹਦੀ ਵੀ ਰਿਕੁਐਸਟ ਕੀਤੀ ਗਈ ਹੈ ਵੀ ਇਲੈਕਸ਼ਨ ਸ਼ਡਿਊਲ ਵੀ ਨੋਟੀਫਾਈ ਕੀਤਾ ਜਾਵੇ। ਹਾਂਜੀ ਹਾਂਜੀ
ਪੰਜਾਬ ਨੇ ਪ੍ਰੋਸੈਸ ਸ਼ੁਰੂ ਕਰਤਾ ਹੈ। ਇੱਕ ਸੀਟ SGPC ਦੇ ਵਿੱਚ ਯੂਨੀਅਨ ਟੈਰੀਟਰੀ ਆਫ ਚੰਡੀਗੜ੍ਹ ਦੀ ਹੈਗੀ ਹੈ ਤੇ ਇੱਕ ਸੀਟ ਹਿਮਾਚਲ ਪ੍ਰਦੇਸ਼ ਦੀ ਹੈਗੀ ਹੈ। ਉਹਨਾਂ ਸਟੇਟਾਂ ਨੇ ਹਾਲੇ ਪ੍ਰੋਸੈਸ ਵੀ ਨਹੀਂ ਸ਼ੁਰੂ ਕੀਤਾ। ਜਦੋਂ ਤੱਕ ਉਹ ਪ੍ਰੋਸੈਸ ਨਹੀਂ ਸ਼ੁਰੂ ਹੁੰਦਾ ਉਦੋਂ ਤੱਕ SGPC ਦੀ ਪੋਲਿੰਗ ਵੈਸੇ ਹੀ ਨਹੀਂ ਹੋ ਸਕਦੀ। ਸੋ ਉਹਨਾਂ ਨੂੰ ਰਿਕੁਐਸਟ ਕੀਤਾ ਗਿਆ ਹੈਗਾ ਆ ਵੀ ਉਹ ਵੀ ਤੁਸੀਂ ਸ਼ੁਰੂ ਕਰਾਓ ਜੀ। ਇੱਕ ਜਿਹੜੀ ਸਭ ਤੋਂ ਮੇਜਰ ਅਸੀਂ ਉਹਨਾਂ ਨੇ ਕਿਹਾ ਹੈਗਾ ਉਹ ਰਿਕਮੈਂਡ ਕਰਦੇ ਹੈਗੇ ਨੇ ਵੀ ਵੋਟਿੰਗ ਏਜ ਇਨ ਇੰਡੀਆ 18 ਇਅਰਸ ਹੈਗੀ ਹੈ ਫॉर ਵਿਧਾਨ ਸਭਾ ਫॉर ਪਾਰਲੀਮੈਂਟ। ਹਰਿਆਣੇ ਨੇ ਵੀ 18 ਕਰਤੀ ਹੈਗੀ ਹੈ, ਜਿਹੜਾ ਹਰਿਆਣੇ ਨੇ ਐਕਟ ਬਣਾਇਆ ਹੈਗਾ ਹਾਂਜੀ SGPC ਦਾ ਐਕਟ। ਤੇ ਜਿਹੜਾ ਇਹ ਗੁਰਦੁਆਰਾ ਐਕਟ ਹੈਗਾ 1925 ਦਾ, ਇਹਦੇ 'ਚ 21 ਹੈਗੀ ਹੈ। ਤਾਂ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਤਾਂ ਕਿ ਨੌਜਵਾਨ ਸਾਰੇ ਪਾਰਟਿਸਿਪੇਟ ਕਰ ਸਕਣ। ਉਹ ਵੀ ਏਜ ਲੋਅਰ ਕਰੋ 18 ਸਾਲ। ਉਹ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਮੈਂ ਰਿਕਮੈਂਡ ਕਰਕੇ ਗਵਰਨਮੈਂਟ ਆਫ ਇੰਡੀਆ 1 ਨਵੰਬਰ ਨੂੰ ਹੋਣ ਵਾਲੀ ਓਪਨ ਡਿਬੇਟ ਦਾ ਮੰਚ ਤਿਆਰ ਹੋ ਰਿਹਾ ਹੈ। ਡਿਬੇਟ ਸ਼ਾਮਲ ਹੋਣ ਲਈ ਹੁਣ ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਨੇ ਹਾਮੀ ਭਰ ਦਿੱਤੀ ਹੈ। ਸਰਕਾਰ ਵੀ ਡਿਬੇਟ ਨੂੰ ਲੈ ਕੇ ਉਤਸ਼ਾਹਿਤ ਵਿੱਚ ਹੈ, ਪਰ ਸਿਮਰਨਜੀਤ ਸਿੰਘ ਮਾਨ ਡਿਬੇਟ ਲਈ ਸੱਦਾ ਨਾ ਮਿਲਣ ਤੋਂ ਨਿਰਾਸ਼ ਨਜ਼ਰ ਆਏ। 1 ਨਵੰਬਰ ਦੀ ਡਿਬੇਟ ਦੇ ਲਈ ਜਿਵੇਂ-ਜਿਵੇਂ ਤਰੀਕ ਨੇੜੇ ਆ ਰਹੀ ਹੈ, ਤਸਵੀਰ ਵੀ ਸਪਸ਼ਟ ਹੋ ਰਹੀ ਹੈ। ਡਿਬੇਟ ਨੂੰ ਲੈ ਕੇ BJP ਦੀ ਸਥਿਤੀ ਹੁਣ ਤੱਕ ਸਾਫ਼ ਨਹੀਂ ਸੀ, ਪਰ ਹੁਣ ਪੰਜਾਬ BJP ਦੇ ਪ੍ਰਧਾਨ ਸੁਨੀਲ ਜਾਖੜ ਨੇ ਡਿਬੇਟ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ ਅਤੇ ਲੁਧਿਆਣਾ ਦੇ ਵਿੱਚ ਹੋਣ ਵਾਲੀ ਚਰਚਾ ਲਈ ਆਪਣੇ ਸਵਾਲ ਵੀ ਤਿਆਰ ਕਰ ਲਏ ਨੇ। ਅਸੀਂ ਤਾਂ ਜਾ ਕੇ ਲੋਕਾਂ ਤੋਂ, ਸਿਆਣੇ ਬੰਦਿਆਂ ਤੋਂ ਕੋਈ ਨਾ ਕੋਈ ਸਿੱਖਾਂਗੇ, ਪਰ ਸਵਾਲਾਂ ਦੇ ਜਵਾਬ ਜਿਹੜੇ ਹੈ ਭਗਵੰਤ ਮਾਨ ਜੀ, ਹੁਣ ਸਵਾਲਾਂ ਦੇ ਜਵਾਬ ਮੰਗਣ ਦਾ ਟਾਈਮ ਜਾਂਦਾ ਰਿਹਾ। ਹੁਣ ਤਾਂ ਜਵਾਬ ਦੇਣੇ ਪੈਣਗੇ, ਭੱਜਿਓ ਨਾ ਬਸ। ਜਾਖੜ ਦੀ ਹਾਮੀ ਦਾ ਸਰਕਾਰ ਦੇ ਵੱਲੋਂ ਸਵਾਗਤ ਕੀਤਾ ਗਿਆ ਹੈ ਤੇ ਨਾਲ ਹੀ ਅਕਾਲੀ ਦਲ ਤੇ ਕਾਂਗਰਸ ਨੂੰ ਫਿਰ ਤੋਂ ਡਿਬੇਟ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਮਾਨਯੋਗ CM ਸਾਹਿਬ ਨੇ ਕਿਹਾਗਾ ਕਿ ਸਾਰੇ ਆਉਣ ਆ ਕੇ ਬੈਠ ਕੇ ਆਪਦੀ ਗੱਲ ਕਰਨ। ਗੱਲ ਨਿਰਾਪੁਰਾ ਇਹ ਨਹੀਂ ਹੈਗੀ ਕਿ ਭੰਡਣ ਦੀ ਗੱਲ ਹੈ ਇੱਕ ਦੂਜੇ ਨੂੰ, ਉੱਥੇ ਸਾਰਥਿਕ ਮਸਲੇ ਤੇ ਹੱਲ ਵੀ ਹੋਊਗਾ। ਸਰਕਾਰ ਵਿਰੋਧੀ ਧਿਰਾਂ ਨੂੰ ਡਿਬੇਟ ਦੇ ਲਈ ਸੱਦਾ ਦੇ ਰਹੀ ਹੈ, ਪਰ ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਡਿਬੇਟ ਲਈ ਸੱਦਾ ਨਾ ਮਿਲਣ ਤੋਂ ਨਿਰਾਸ਼ ਨਜ਼ਰ ਆ ਰਹੇ ਨੇ। ਸੱਦਿਆ ਤਾਂ ਅਸੀਂ ਜ਼ਰੂਰ ਜਾਵਾਂਗੇ, ਕਿਉਂ ਕਰਕੇ ਓਪਨਲੀ ਸੱਦਾ ਦੇ ਰਹੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਸਾਰਿਆਂ ਨੂੰ ਕਿਹਾ, ਸਾਰੀ ਤਰ੍ਹਾਂ ਨਹੀਂ ਜੀ, ਸਾਡੀ ਇੱਜ਼ਤ ਹੈ। ਜੇ ਸਾਨੂੰ ਲਿਖਤੀ ਆਊਗਾ ਤਾਂ ਜਾਵਾਂਗੇ। ਐਵੇਂ ਅਸੀਂ ਲੱਲੂ ਪੰਜੂ ਤਾਂ ਹੈ ਨਹੀਂ ਗੇ ਕਿ ਇਹ ਐਂ ਭੱਜੇ ਫਿਰੀਏ ਤੇ ਉੱਥੇ ਦਰਵਾਜ਼ੇ ਬੰਦ ਕਰ ਦੇਣੇ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਮੁੱਦਿਆਂ ਤੇ ਚਰਚਾ ਕਰਨ ਦੇ ਲਈ BJP, ਅਕਾਲੀ ਦਲ ਤੇ ਕਾਂਗਰਸ ਨੂੰ 1 ਨਵੰਬਰ ਦੀ ਓਪਨ ਡਿਬੇਟ ਦੇ ਲਈ ਸੱਦਾ ਦਿੱਤਾ ਗਿਆ ਹੈ। ਇਸ ਲਈ ਸਰਕਾਰ ਨੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦਾ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਬੁੱਕ ਕੀਤਾ ਹੈ ਅਤੇ ਹੁਣ ਇਸ ਓਪਨ ਡਿਬੇਟ ਦਾ ਪੰਜਾਬੀਆਂ ਨੂੰ ਇੰਤਜ਼ਾਰ ਹੈ। ਬਿਊਰੋ ਰਿਪੋਰਟ, ਨਿਊਜ਼ ਸਿਟੀ।